ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਕਨੇਰੇ। ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਨ ਹਾਰ ਦਇਆਲਾ ਨਾਨਕ ਕਰ ਕੇ ਗੋਲੇ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਕਹਾ ਲੱਗੈ ਇਹੋ ਕੀਟ ਬਖਾਨੈ ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਪਿਤਾ ਜਨਮ ਜਿਮ ਪੂਤ ਨ ਪਾਵੈ ਕਹਾ ਤਵਨ ਕਾ ਭੇਦ ਬਤਾਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਹਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ।
ਜਿਸ ਜਨ ਕਾ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ। ਜਿਸ ਜਨ ਕਾ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ। ਚਾਰ ਪਦਾਰਥ ਜੇ ਕੋ ਮੰਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹਜੂਰ ਜਹਰ ਹਜੂਰ ਦੀਨਾ ਬੰਧੂ, ਭਗਤ ਵਛਲ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਸਾਜ ਰਹਿ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗੁਰ ਸਤਿਗੁਰ ਆਏ ਸੋ ਭਲਕੇ ਉਠ ਹਰ ਨਾਮ ਤੇ ਆਵੈ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਅੰਮ੍ਰਿਤ ਵੇਲਾ ਪਰਮੇਸ਼ਰ ਉਸ ਹਰੀ ਨਿਰੰਜਨ ਦੀ ਸਿਫਤ ਕਰਨ ਦਾ ਸਮਾਂ ਆਪਣੇ ਮਨੁੱਖੇ ਜਨਮ ਨੂੰ ਸਫਲ ਬਣਾਉਂਦੇ ਹੈ। ਪਿੱਛੇ ਮਹਾਰਾਜ ਦੀ ਦਇਆ ਸਦਕਾ ਸ਼੍ਰੀ ਸੁਖਮਣੀ ਸਾਹਿਬ ਜੀ ਕੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਆਪਾਂ ਰਲ ਮਿਲ ਕਰਕੇ ਪੜ੍ਹੀ ਸੁਣੀ ਵਿਚਾਰੀ ਹੈ। ਹੋਰ ਵੀ ਮਹਾਰਾਜ ਜੀਆਂ ਨੇ ਇਸ ਪਾਵਨ ਪਵਿੱਤਰ ਬਾਣੀ ਅੰਦਰ ਬੇਅੰਤ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਸਮੁੰਦਰ ਦੀ ਨਿਆਈ ਮਹਾਰਾਜ ਦੀ ਬਾਣੀ ਹੈ। ਡੂੰਗੀ ਟੁੱਬੀ ਮਾਰੇ ਮਿਹਨਤ ਕਰਕੇ ਹੇਠੋਂ ਰਤਨ ਜਵਾਰ ਕੱਢ ਲਿਆਵੇ। ਇਸ ਤਰ੍ਹਾਂ ਹੀ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਬਾਣੀ ਅੰਦਰ ਬ੍ਰਹਮਾਨੰਦ ਮੁਕਤੀਆਂ ਜੁਗਤੀਆਂ ਭੁਗਤੀਆਂ ਅਰਦੈਵੀ ਸੰਪਦਾ ਰੂਪੀ ਸਾਰੇ ਰਤਨ ਜਵਾਹਰ ਲੁਕੇ ਹੋਏ ਹੈ। ਕੋਈ ਗੁਰਮੁਖ ਸੇਵਕ ਕੱਢੈ ਖੋਤ, ਕੋਈ ਨਿਧਿਆਸਣ ਸੁਣਨ ਮੰਨਣ ਰੂਪੀ ਖੋਤਰਾ ਕਰੇ ਤੇ ਉਹ ਇਹਨਾਂ ਰਤਨਾਂ ਨੂੰ ਕੱਢ ਲੈਂਦਾ। ਕੱਢੂ ਕੌਣ? ਜਿਹੜਾ ਗੁਰਮੁਖ ਹੈ, ਸੇਵਕ ਹੈ। ਤੋ ਆਓ ਮਹਾਰਾਜ ਦੀ ਇਹ ਅਮੋਲਕ ਨਾਮ ਬਾਣੀ ਸ਼੍ਰੀ ਸੁਖਮਣੀ ਸਾਹਿਬ ਜੀ ਕੀ ਪਾਵਨ ਪਵਿੱਤਰ ਕਥਾ ਨਾਲ ਅੱਗੇ ਜੁੜੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਮਿਹਰਾਮਤ ਕੀਤੀ। ਇਸ ਪਾਵਨ ਬਾਣੀ ਅੰਦਰ ਸਤਿਗੁਰਾਂ ਹੋਰ ਕੀ ਬਖਸ਼ਿਸ਼ਾਂ ਕੀਤੀਆਂ। ਸ਼ਰਵਣ ਕਰੀਏ, ਮਨ ਚਿੱਤ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰੋ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਚਾਰ ਪਦਾਰਥ ਜੇ ਕੋ ਮੰਗੈ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨਾਮ ਦੀ ਸਾਧੂਆਂ ਦੀ ਸੰਗਤ ਦੀ ਮਹਿਮਾ ਦੱਸਦੇ ਹੈ। ਸੰਸਾਰ ਦੇ ਵਿੱਚ
ਜੇ ਕੋਈ ਪ੍ਰਾਣੀ ਚਾਰ ਪਦਾਰਥ ਮੰਗੇ, ਚਾਰ ਪਦਾਰਥ ਸੰਸਾਰ ਵਿੱਚ ਧਰਮ, ਅਰਥ, ਕਾਮ ਤੇ ਮੋਕਸ਼, ਮੁਕਤੀ, ਇਹ ਮੰਨੇ ਆ। ਇਹਦੇ ਵਿੱਚ ਖਾਲਸਾ ਜੀ ਸਾਰੇ ਪਦਾਰਥ ਆ ਜਾਂਦੇ ਆ। ਕਾਮ ਤੋਂ ਭਾਵ ਵਾਸ਼ਨਾ ਨਹੀਂ। ਕਾਮ ਕਾਮ ਸਭ ਕੋ ਕਹੈ, ਕਾਮ ਨ ਜਾਣੈ ਕੋਇ। ਇਹਦਾ ਅਰਥ ਇਹ ਨਹੀਂ ਲੈਣਾ ਵਿਸ਼ੇ ਵਿਕਾਰ। ਕਾਮ ਇੱਛਾ ਨੂੰ ਵੀ ਕਹਿੰਦੇ ਆ। ਤੋ ਪਹਿਲਾ ਪਦਾਰਥ ਕਾਮ ਹੈ, ਜਾਂ ਧਰਮ, ਅਰਥ, ਕਾਮ ਤੇ ਮੋਕਸ਼। ਧਰਮ ਤੋਂ ਲਈਏ, ਜਿੰਦੇ ਪਾਸ ਧਰਮ ਹੋਵੇ, ਧਰਮੀ ਵੀ ਪੂਰਾ ਹੈ, ਧਰਮ ਦੇ ਕਾਰਜਾਂ ਵਿੱਚ ਵੀ ਪੂਰਾ ਹੈ, ਆਪਦੇ ਧਰਮ ਦੇ ਨਿਯਮਾਂ ਵਿੱਚ, ਨਿਯਮਾਂ ਵਿੱਚ ਪੂਰਾ ਹੈ। ਇੱਕ ਇਹ ਪ੍ਰਾਪਤੀ ਹੋਵੇ। ਅਰਥ ਕਹਿੰਦੇ ਮਾਇਆ ਨੂੰ। ਜੇ ਮਾਇਆ ਵੀ ਹੋਵੇ ਪਾਸ, ਧਨ ਦੌਲਤ ਵੀ ਹੈ, ਤੇ ਕਾਮਨਾਵਾਂ ਜਿੰਨੀਆਂ ਇੱਛਾਵਾਂ ਉਹ ਸਾਰੀਆਂ ਛੇਣੀ ਪੂਰੀਆਂ ਹੋਈ ਜਾਣ। ਜੋ ਮੰਗ ਹੈ ਠਾਕੁਰ ਆਪਣੇ, ਤੇ ਸੋਈ ਸੋਈ ਦੇਵੈ। ਇਸ ਤਰ੍ਹਾਂ ਇੱਛਾ ਹਰ ਇੱਕ ਪੂਰੀ ਹੁੰਦੀ ਹੋਵੇ। 3 ਚੌਥੀ ਖਾਲਸਾ ਜੀ ਮੋਕਸ਼, ਮੁਕਤੀ ਹੈ। ਜੀਵਨ ਵਿੱਚ ਸਾਰਿਆਂ ਤੋਂ ਦੁਰਲੱਭ ਮੁਕਤੀ ਹੈ। ਚੌਥਾ ਪਦਾਰਥ ਮੁਕਤੀ ਮੰਨੀ ਹੈ। ਇਹ ਚਾਰ ਪਦਾਰਥ। ਚੌਥਾ ਪਦਾਰਥ ਮੁਕਤੀ, ਜਿਹਦੇ ਨਾਲ ਜਨਮ ਮਰਨ ਦਾ ਫਾਹਾ ਨਾ ਗਲ ਵਿੱਚ ਪਏ, ਪ੍ਰਾਣੀ ਜੰਮਣ ਮਰਨ ਤੋਂ ਮੁਕਤ ਹੋ ਜਾਵੇ। ਇਹ ਧਰਮ, ਅਰਥ, ਕਾਮ, ਮੋਕਸ਼, ਮੁਕਤ, ਇਹ ਚਾਰ ਪਦਾਰਥ ਮੰਨੇ। ਵੇਦਾਂ ਸ਼ਾਸਤਰਾਂ ਵੀ ਮੰਨੇ ਆ, ਵਿਦਵਾਨ ਜਨਾਂ ਵੀ ਮੰਨੇ ਆ। ਚਾਰ ਪਦਾਰਥ ਜੇ ਕੋ ਮੰਗ ਹੈ, ਇਹ ਚਾਰ ਪਦਾਰਥ ਜਿਹਦੇ ਵਿੱਚ ਸੰਸਾਰ ਦੀ ਕੁੱਲ ਸ਼ੈ ਆ ਜਾਂਦੀ ਹੈ। ਧਰਮ, ਅਰਥ, ਕਾਮ, ਮੋਕਸ਼ ਵਿੱਚ ਸਾਰੇ ਸੰਸਾਰ ਦੀ ਕੁੱਲ ਵਸਤੂ, ਕੁੱਲ ਸ਼ੈ ਆ ਜਾਂਦੀ ਹੈ। ਸੰਸਾਰ ਵਿੱਚ ਜਿਹਨੂੰ ਚਾਰ ਪਦਾਰਥ ਪ੍ਰਾਪਤ ਹਨ, ਜਿਸ ਪ੍ਰਾਣੀ ਨੂੰ, ਉਹ ਖਾਲਸਾ ਜੀ ਸਾਰਿਆਂ ਤੋਂ ਸ਼੍ਰੇਸ਼ਟ ਹੈ। ਕਈਆਂ ਨੂੰ ਮਾਇਆ ਪ੍ਰਾਪਤ ਹੁੰਦੀ ਹੈ, ਧਨ ਬ੍ਰਿਧ ਤੇ ਪਾਪ ਬ੍ਰਿਧ, ਪਾਪ ਬ੍ਰਿਧ ਤੇ ਧਨ। ਮਾਇਆ ਪ੍ਰਾਪਤ ਬਹੁਤੀ ਹੋ ਜਾਣੀ ਤੇ ਜੀਵ ਪਾਪੀ ਹੋ ਜਾਂਦਾ ਹੈ, ਮੁਕਤੀ ਤੋਂ ਵਾਂਝਾ ਰਹਿ ਜਾਂਦਾ ਹੈ। ਔਰ ਕਈ ਸਾਰੀ ਉਮਰ ਬੰਦਗੀ ਕਰਦੇ ਹੈ, ਮੁਕਤੀ ਪ੍ਰਾਪਤ ਕਰ ਲੈਂਦੇ ਆ, ਪਰ ਜੀਵਨ ਜਿਹੜਾ ਬੜਾ ਔਖਾ ਬਤੀਤ ਹੁੰਦਾ ਗਰੀਬੀ ਅੰਦਰ। ਮਨੁੱਖਾ ਜੀਵਨ ਜਿੰਨਾ ਕੁ ਮਿਲਿਆ ਉਹਦੇ ਵਿੱਚ ਬੜੇ ਔਖੇ ਹੁੰਦੇ ਆ। ਕਈਆਂ ਨੂੰ ਇੱਛਾਵਾਂ ਪੂਰੀਆਂ ਹੁੰਦੀਆਂ ਪਰ ਧਰਮੀ ਨਹੀਂ ਰਹਿੰਦੇ। ਤੋ ਇਸ ਤਰ੍ਹਾਂ ਇਹ ਚਾਰ ਪਦਾਰਥ ਜਿਹਦੇ ਪਾਸ ਹੈ, ਮਾਨੋ ਸਾਰੇ ਸੰਸਾਰ ਦੀ ਕੁੱਲ ਸ਼ੈ ਉਹਦੇ ਪਾਸ ਹੈ। ਇਹ ਚਾਰ ਪਦਾਰਥਾਂ ਦੀ ਇੱਛਾ ਹਰ ਕੋਈ ਕਰਦਾ। ਹਰੇਕ ਪ੍ਰਾਣੀ ਚਾਹੁੰਦਾ ਵੀ ਮੇਰੇ ਕੋਲ ਮਾਇਆ ਹੋਵੇ। ਕੌਣ ਨਹੀਂ ਚਾਹੁੰਦਾ। ਅਸੀਂ ਮਹਾਰਾਜ ਦੇ ਦਰ ਕਰ ਸੇਵਾ ਕਰਦੇ ਹਾਂ। ਕਿਹੜਾ ਸਿੱਖ ਕੋਈ ਵਿਰਲਾ ਹੈ ਜਿਹੜਾ ਨਿਹਕਾਮੀ ਹੈ। ਬਾਕੀ ਅਸੀਂ ਸਾਰੇ ਕਾਮਨਾ ਕਰਕੇ ਆਉਂਦੇ ਹਾਂ, ਇੱਛਾ ਰੱਖਦੇ ਹਾਂ ਮਨ ਵਿੱਚ। ਕੋਈ ਮਾਇਆ ਦੀ ਰੱਖਦਾ, ਕੋਈ ਦੁੱਧ ਦੀ, ਕੋਈ ਪੁੱਤ ਦੀ, ਕੋਈ ਨੌਕਰੀ ਦੀ, ਹੋਰ ਕਿਸੇ ਸ਼ੈਦਾਤ ਦੀ। ਆਪਾਂ ਸਾਰੇ ਇੱਛਾ ਰੱਖਦੇ ਹਾਂ। ਫਿਰ ਮੁਕਤੀ ਵੀ ਹਰ ਕੋਈ ਚਾਹੁੰਦਾ ਹੈ, ਇੱਛਾ ਪੂਰੀ ਹੋਵੇ। ਇੱਛਾਵਾਂ ਵੀ ਸਾਰੇ ਹੀ ਕਰਦੇ ਹੈ। ਧਰਮ ਵੀ ਹਰੇਕ ਲੋਚਦਾ ਹੈ ਵੀ ਮੈਂ ਧਰਮੀ ਹੋਵਾਂ, ਮੇਰਾ ਨਾਮ ਧਰਮੀਆਂ ਜਾਵੇ। ਸੋ ਇਸ ਤਰ੍ਹਾਂ ਧਰਮ, ਅਰਥ, ਕਾਮ, ਮੋਕਸ਼ ਚਾਰ ਪਦਾਰਥ ਹੈ। ਜੇ ਕੋ ਮੰਗ, ਜੇ ਭਾਈ ਕੋਈ ਚਾਰ ਪਦਾਰਥਾਂ ਦੀ ਪ੍ਰਾਪਤੀ ਚਾਹੁੰਦਾ
ਜੇ ਕੋ ਮਨ ਵਿੱਚ ਮੰਗਦਾ ਇੱਛਾ ਕਰਕੇ ਵੀ ਮੈਨੂੰ ਚਾਰੇ ਪਦਾਰਥ ਧਰਮ ਅਰਥ ਕਾਮ ਤੇ ਮੁਕਤੀ ਇਹ ਚਾਰ ਪਦਾਰਥ ਮੈਨੂੰ ਪ੍ਰਾਪਤ ਹੋਵਣ, ਸਾਧ ਜਨਾ ਕੀ ਸੇਵਾ ਲਾਗੈ। ਉਹ ਕੀ ਕਰੇ? ਮਾਰੇ ਕਹਿੰਦੇ ਲੱਗ ਉਹ ਸਾਧੂ ਦੀ ਸੇਵਾ 'ਚ ਲੱਗੇ। ਕਿਸੇ ਪੂਰਨ ਸਾਧੂ ਦੀ ਸੇਵਾ ਵਿੱਚ ਲੱਗ ਜਾਣੇ ਕਾਰਨ ਇਹ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਕਿੱਥੋਂ ਹੈ? ਸਾਧੂ ਦੀ ਸੇਵਾ ਵਿੱਚੋਂ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਐ। ਜੇ ਕੋ ਆਪਣਾ ਦੁਖ ਮਿਟਾਵੈ। ਤੇ ਜੇ ਕੋਈ ਚਾਹੁੰਦਾ ਹੈ ਵੀ ਮੇਰਾ ਦੁੱਖ ਮਿਟ ਜਾਵੇ, ਇਹ ਕੌਣ ਨਹੀਂ ਚਾਹੁੰਦਾ? ਸਾਰੇ ਹੀ ਚਾਹੁੰਦੇ ਆ। ਦੁੱਖ ਭੁੱਖ ਨੂੰ ਵੀ ਦੁੱਖ ਮੰਨਿਆ, ਵਿਛੋੜੇ ਨੂੰ ਸਭ ਤੋਂ ਵੱਡਾ ਦੁੱਖ ਮੰਨਿਆ। ਤੋ ਇਹ ਸਾਰੇ ਜਿਹੜੇ ਦੁੱਖ ਹੈ ਸਾਡੇ ਗਲ ਪਏ ਹੋਏ ਹੈ। ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ। ਸਾਰੇ ਅਸੀਂ ਸੁੱਖ ਮੰਗਦੇ ਹਾਂ, ਦੁੱਖ ਕੋਈ ਮੰਗਦਾ ਪਰ ਮਿਲਦਾ ਦੁੱਖ ਹੈ। ਸੁੱਖ ਮੰਗੈ ਦੁੱਖ ਆਗਲ ਹੋਇਆ ਵੈ, ਮੰਗਦਾ ਸੁੱਖ ਹੈ ਮਿਲਦਾ ਦੁੱਖ ਹੈ। ਸੋ ਇਸੇ ਤਰ੍ਹਾਂ ਜੇ ਭਾਈ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ, ਚਾਹੇ ਉਹ ਜੰਮਣ ਮਰਨ ਦਾ, ਚਾਹੇ ਵਿਛੋੜੇ ਦਾ, ਚਾਹੇ ਭੁੱਖ ਦਾ, ਕੋਈ ਵੀ ਦੁੱਖ ਹੋਵੇ ਜੇ ਮਿਟਾਉਣਾ ਚਾਹੁੰਦਾ ਹੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਉਹ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਪਰਮੇਸ਼ਰ ਦਾ ਨਾਮ ਗਾਵੇ, ਭਾਵ ਜਪੇ ਦੁੱਖ ਮਿਟਾਉਣ ਵਾਸਤੇ। ਕਿਉਂਕਿ ਸਗਲ ਰੋਗ ਕੋ ਔਖਦ ਨਾਮ, ਪਿੱਛੇ ਕੱਲ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਹਰ ਕਾ ਨਾਮ ਜਪਤ ਦੁੱਖ ਜਾਏ। ਹਰੀ ਦਾ ਨਾਮ ਜਪਦਿਆਂ ਖਾਲਸਾ ਦੀ ਦੁੱਖ ਰਹਿੰਦਾ ਹੀ ਕੋਈ ਨਹੀਂ। ਵੱਡੇ ਵੱਡੇ ਕੋੜੀਆਂ ਦੇ ਦੁੱਖ ਨਾਸ਼ ਹੋਏ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਉਦਾਸੀਆਂ ਤੇ ਗਏ ਹੈ, ਉੱਥੇ ਸੱਚੇ ਪਾਤਸ਼ਾਹ ਜੀਆਂ ਬੇਅੰਤ ਜੀਵਾਂ ਦੀ ਕਲਿਆਣ ਕੀਤੀ। ਇੱਕ ਜਗ੍ਹਾ ਮਹਾਰਾਜ ਜਦੋਂ ਜਾਂਦੇ ਹੈ, ਨਗਰ ਦੇ ਬਾਹਰ ਮਹਾਰਾਜ ਅਕਸਰ ਡੇਰਾ ਕਰਿਆ ਕਰਦੇ ਹੈ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਵੀ ਨਾਲ ਹੈ। ਔਰ ਮਹਾਰਾਜ ਇੱਕ ਬਾਹਰ ਕੁਟੀਆ ਬਣੀ ਹੋਈ, ਉਹਦੇ ਲਾਗੇ ਮਹਾਰਾਜ ਜੀਆਂ ਆਪਣਾ ਉਤਾਰਾ ਕੀਤਾ, ਸਜ ਗਏ। ਜਦੋਂ ਅੱਧੀ ਕੁ ਰਾਤ ਹੋਈ, ਉਸ ਕੁਟੀਆ ਵਿੱਚ ਇੱਕ ਕੋਹੜਾ ਰਹਿੰਦਾ, ਆਵਾਜ਼ਾਂ ਕਰਦਾ। ਬਾਬਾ ਮਰਦਾਨਾ ਜੀ ਵੇਖਣ ਗਏ, ਦੱਸਿਆ ਕਿ ਮਹਾਰਾਜ ਕੁਟੀਆ ਝੌਂਪੜੀ ਵਿੱਚ ਇੱਕ ਘੋੜਾ ਹੈ, ਸਰੀਰ ਬੜਾ ਗਲਿਆ ਹੋਇਆ, ਪਿੰਡ ਵਾਲਿਆਂ ਘਰ ਚੋਂ ਬਾਹਰ ਕੱਢ ਦਿੱਤਾ, ਇੱਥੇ ਛਪਰੀ ਪਾ ਕੇ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਦਾ ਪਤਾ ਜਦੋਂ ਇੱਕ ਕੋੜੀ ਨੂੰ ਲੱਗਦਾ ਰੋਗ ਚੰਬੜਿਆ, ਬੜਾ ਦੁਖੀ ਹਾਂ। ਉੱਥੇ ਹੁਣ ਮਹਾਰਾਜ ਜੀਆਂ ਦਾ ਦੁੱਖ ਦੂਰ ਕੀਤਾ ਕਿਵੇਂ? ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਮਹਾਰਾਜ ਜੀਆਂ ਬਾਣ ਛੱਡਿਆ, ਤੀਰ ਕਿਹੜਾ ਛੱਡਿਆ? ਉਹ ਖਾਲਸਾ ਜੀ ਸ਼ਬਦ ਦਾ। ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦਾ ਕਲਿਆਣ ਕੀਤਾ, ਨਾਮ ਦੇ ਸਦਕਾ ਕੀਤਾ। ਨਾਮ ਬਖਸ਼ਿਸ਼ ਕਰਕੇ, ਨਾਮ ਸੁਣਾ ਕੇ ਇਹਦਾ ਕਲਿਆਣ ਸਾਰਿਆਂ ਜੀਵਾਂ ਦਾ ਕੀਤਾ। ਉੱਥੇ ਮਹਾਰਾਜ ਜੀਆਂ ਪਾਵਨ ਸ਼ਬਦ, ਜਿਉ ਤਪਤ ਹੈ ਬਾਰੋ ਬਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਸ਼ਬਦ ਮਹਾਰਾਜ ਜੀਆਂ ਨੇ ਉਸ ਕੋੜੀ ਦੇ ਪਰਥਾਏ ਉਚਾਰਿਆ। ਜਿਵੇਂ ਜਿਵੇਂ ਸ਼ਬਦ ਸੁਣਦਾ ਗਿਆ, ਸ਼ਬਦ ਦੀ ਸਮਾਪਤੀ ਹੋਈ। ਭਾਈ ਮਰਦਾਨਾ ਜੀਆਂ ਕੀਰਤਨ ਕੀਤਾ। ਕੀਰਤਨ ਸੁਣ ਕੇ ਉਹਦਾ ਸਾਰਾ ਕੋੜ ਦਾ ਰੋਗ ਦੂਰ ਹੋਇਆ। ਤੋ ਖਾਲਸਾ ਜੀ, ਜੇ ਕੋਈ ਆਪਦੀ ਸ਼ੋਭਾ ਚਾਹੁੰਦਾ ਵੀ ਮੇਰੀ ਸ਼ੋਭਾ ਹੋਵੇ, ਕਈ ਇੱਥੇ ਦਾਨ ਕਰਦੇ ਆ, ਪੁੰਨ ਕਰਦੇ ਆ। ਦੇ ਮੰਗਾ ਹੈ ਸਹਸਾ ਗੁਣਾ, ਸ਼ੋਭ ਕਰੈ ਸੰਸਾਰ। ਸਾਡੀ ਸੰਸਾਰ ਸ਼ੋਭਾ ਕਰੇ,
ਦਾਨ ਵੀ ਬਹੁਤੇ ਇਸੇ ਕਾਰਨ ਦਿੰਦੇ ਆ। ਕਿੰਨੇ ਲੋਕ ਆ ਪਖੰਡ ਕਰਦੇ ਆ। ਹੁਣ ਜਿਸ ਤਰ੍ਹਾਂ ਨੈਟ ਤੇ ਉਹ ਵੀਡੀਓ ਪਾਉਂਦੇ ਆ, ਕਿਸੇ ਨੂੰ ਆਟਾ ਦੇਈ ਜਾਂਦਾ, ਕੋਈ ਦਾਲ ਦੇਈ ਜਾਂਦਾ, ਭੁੱਖੇ ਨੂੰ ਅੰਨ ਦੇ ਕੇ, ਦਵਾਈਆਂ ਦੇ ਕੇ ਉਹ ਆਪਦੀ ਪ੍ਰਸਿੱਧੀ ਲੋਚਦੇ ਆ ਸਾਰੇ। ਇਹ ਜੇ ਕੋਈ ਪ੍ਰਾਣੀ ਆਪਦੀ ਸੋਭਾ ਚਾਹੁੰਦਾ ਵੀ ਸਾਰਾ ਸੰਸਾਰ ਮੇਰੀ, ਚਾਹੁੰਦੇ ਸਾਰੇ ਹੀ ਹੈ, ਪਰ ਜੇ ਕੋਈ ਬਹੁਤੀ ਚਾਹਵੇ ਵੀ ਮੇਰੀ ਸੋਭਾ ਇਹ ਸੰਸਾਰ ਸਾਰਾ ਕਰੇ, ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਤੋਂ ਵੱਡਾ। ਇਸ ਕਰਕੇ ਜੇ ਵਡਿਆਈ ਚਾਹਣਾ ਹੈ ਤੇ ਪ੍ਰਾਣੀ ਸਾਧ ਸੰਗਤ ਵਿੱਚ ਜਾ ਕੇ ਮੈਂ ਮੇਰੀ ਆ ਮੈਂ ਕੀਤਾ, ਮੈਂ ਕਰਾਂਗਾ, ਮੇਥੋਂ ਬਿਨਾ ਕੋਈ ਕਰ ਨਹੀਂ ਸਕਦਾ, ਇਹ ਮੈਂ ਮੇਰੀ ਹਉਮੈ ਜਿਹੜੀ ਹੈ ਸ਼ੁਰ ਹੈ ਛੱਡ ਦੇਣੀ ਕਰ। ਜੇ ਕੋ ਜਨਮ ਮਰਨ ਤੇ ਡਰੈ, ਜੇ ਕੋਈ ਜੰਮਣ ਤੋਂ ਮਰਨ ਤੋਂ ਡਰਦਾ, ਭਾਵ 84 ਲੱਖ ਜੂਨੀ ਚ ਪੈਣ ਦਾ ਭੈ ਰੱਖਦਾ ਵੀ ਜੰਮਾਂਗਾ ਫਿਰ ਮਰਾਂਗਾ, ਮਰ ਕੇ ਜੰਮਾਂਗਾ। ਜੰਮਣ ਮਰਨ ਤੋਂ ਜੇ ਭਾਈ ਕੋਈ ਡਰਦਾ ਹੈ, ਕਿਸੇ ਨੂੰ ਡਰ ਆਉਂਦਾ, ਸਾਧ ਜਨਾ ਕੀ ਸ਼ਰਨੀ ਪਰੈ, ਤੇ ਕੀ ਕਰੇ? ਸਾਧੂਆਂ ਦੀ ਸ਼ਰਨ ਪਵੇ। ਮਾਰੇ ਕਹਿੰਦੇ ਆ ਜੇ ਜੰਮਣ ਮਰਨ ਤੋਂ ਕੋਈ ਡਰਦਾ ਹੈ, ਉਹਦੀ ਡਰ ਦੀ ਨਿਵਰਤੀ ਵਾਸਤੇ ਸਾਧਣੇ, ਸੋਭਾ ਲੋਚਣੀ, ਇਤਿਹਾਦਕ ਜਿਹੜੀਆਂ ਹੋਰ ਦੁੱਖਾਂ ਤੋਂ ਬਚਣਾ, ਦੁੱਖਾਂ ਦੀ ਨਿਵਰਤੀ, ਜੰਮਣ ਮਰਨ ਦੇ ਡਰ ਤੋਂ ਮਨ ਦੀ ਭੈ ਨੂੰ ਨਿਵਰਤ ਕਰਨਾ, ਜਿਹੜੇ ਇਹ ਲੋਚਦੇ ਆ ਨਾਮ ਜਪਣ, ਕੋਈ ਸਾਧੂਆਂ ਦੀ ਚਰਨੀ ਪਵੇ। ਵੱਖੋ ਵੱਖਰੀਆਂ ਮੰਗਾਂ ਸੰਸਾਰ ਵਿੱਚ ਆਪਾਂ ਮੰਗਦੇ ਹਾਂ, ਪਰ ਜਿਹੜਾ ਪਰਮੇਸ਼ਰ ਦੇ ਦਰਸ਼ਨ ਮੰਗਦਾ ਵੀ ਮਹਾਰਾਜ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀ ਉਤਰੈ ਮਨ ਕੀ ਭੁੱਖ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾ ਇਕ ਦੀਜੈ, ਨਾਮ ਪਿਆਰੀ ਜੀਓ। ਜਿਹੜੇ ਇਹੋ ਜਿਹੀਆਂ ਦਾਤਾਂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਰੱਖਦੇ ਆ, ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲ ਵਾਰ ਮੁੜ ਮੁੜ ਕੇ ਸਦਕੇ ਜਾਂਦੇ ਹਾਂ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਰਿਆਂ ਸਿੱਖਾਂ ਬੇਨਤੀ ਕੀਤੀ, ਮਹਾਰਾਜ ਪੁਰਖਾਂ ਦੇ ਵਿੱਚੋਂ, ਮਨੁੱਖਾਂ ਦੇ ਵਿੱਚੋਂ ਸਾਰਿਆਂ ਤੋਂ ਪ੍ਰਧਾਨ ਕੌਣ ਹੈ? ਮੁਖੀ, ਪ੍ਰਧਾਨ ਕਹਿ ਲਓ, ਮੁਖੀ ਕਹਿ ਲਓ, ਸਾਰਿਆਂ ਤੋਂ ਮੁਖੀ ਕੌਣ ਹੈ? ਸ਼੍ਰੇਸ਼ਟ ਪ੍ਰਧਾਨ ਪੁਰਖ ਕਿਹੜਾ ਹੈ? ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਿਵਾਜ ਕਿਰਪਾ ਕਰਕੇ ਦੱਸਦੇ ਆ ਕਿ ਭਾਈ ਸਿੱਖੋ, ਸਾਰਿਆਂ ਦੇ ਵਿੱਚੋਂ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਰਿਆਂ ਮਨੁੱਖਾਂ ਦੇ ਵਿੱਚੋਂ, ਪੁਰਖਾਂ ਦੇ ਵਿੱਚੋਂ ਪ੍ਰਧਾਨ ਪੁਰਖ ਹੈ। ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਸਾਧ ਸੰਗਤ ਵਿੱਚ ਜਾ ਕੇ ਜਿਹੜਾ ਅਭਿਮਾਨ, ਜਾਤ ਵਿਦਿਆ ਦੇ ਆਦਿਕ ਦਾ ਜਾਂ ਜਾਤ ਤੇ ਵਿਦਿਆ ਦਾ ਅਭਿਮਾਨ ਛੱਡ ਦੇਵੇ, ਉਹ ਸਾਰਿਆਂ ਤੋਂ ਪੁਰਖ ਪ੍ਰਧਾਨ ਹੈ। ਜਿਹੜਾ ਸੰਗਤ ਵਿੱਚ ਜਾ ਕੇ ਮੈਂ ਮੇਰੀ ਨਹੀਂ ਕਰਦਾ, ਜਿਹੜਾ ਨਿਭ ਕੇ ਰਹਿੰਦਾ, ਨਿਮਰਤਾ ਭਾਵ ਰੱਖਦਾ, ਆਪਦੇ ਆਪ ਨੂੰ ਗੁਣਾ ਕਰਕੇ ਨੀਵਾਂ ਜਾਣ, ਸੋ ਗਨੀਐ ਸਭ ਤੇ ਉੱਚਾ। ਸੰਸਾਰ ਵਿੱਚ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਅੰਦਰ ਸਾਰਿਆਂ ਤੋਂ ਉੱਚਾ ਗਿਣਿਆ ਜਾਂਦਾ। ਜਿਹੜਾ ਸਿੱਖ ਖਾਲਸਾ ਜੀ ਨੀਵਾਂ ਹੋ ਕੇ ਆਉਂਦਾ, ਸੱਚੇ ਪਾਤਸ਼ਾਹ ਜੀ ਦੀ ਵੱਧ ਖੁਸ਼ੀ ਹੁੰਦੀ ਉਹ ਸਿੱਖ ਤੇ। ਜਿਹੜਾ ਆਪਦੇ ਆਪ ਕੁਝ ਬਣ ਕੇ ਆਉਂਦਾ ਹੈ, ਕਈ ਸੰਗਤ 'ਚ ਬਹਿ ਕੇ ਮੁੱਛਾਂ ਨੂੰ ਵੱਟ ਦੇਈ ਜਾਂਦੇ ਆ, ਆਪਦੇ ਆਪ ਨੂੰ ਕੁਛ ਜਣਾਉਣਾ ਗੁਰੂ ਘਰ ਕਰਕੇ ਵੀ ਮੈਂ ਵੀ ਕੋਈ ਸ਼ੈ ਆ, ਜਰਾਬਾਂ ਨਹੀਂ ਲਾਉਣੀਆਂ, ਉਵੇਂ ਹੀ ਪੈਰ ਧੋਤੇ ਬਿਨਾਂ ਦਰਬਾਰ 'ਚ ਆ ਜਾਣਾ, ਕੁਰਸੀਆਂ 'ਤੇ ਬਹਿਣਾ। ਇਹੋ ਜਿਹੇ ਜਿਹੜੇ ਮਨ ਮੱਤੀਏ ਹੈ, ਉਹ ਖਾਲਸਾ ਜੀ ਕੀ ਲੈ ਲੈਣਗੇ ਇੱਥੋਂ? ਇੱਥੇ ਤਾਂ ਝੁਕਿਆ ਪ੍ਰਵਾਨ ਹੈ। ਜਿਹੜਾ ਟਿੰਡ ਹੁੰਦੀ ਖੂਹ ਦੀ, ਉਹ ਪਹਿਲਾਂ ਨੀਵੀਂ ਹੁੰਦੀ ਫਿਰ ਖੂਹ 'ਚ ਜਾਂਦੀ। ਇੱਕ ਵਾਰੀ ਨੀਵੀਂ ਤਾਂ ਹੁੰਦੀ, ਪਰ ਜਦੋਂ ਨਿਕਲਦੀ ਭਰ ਕੇ ਬਾਹਰ ਨਿਕਲਦੀ ਹੈ। ਜੇ ਉਹ ਟਿੰਡ ਆਖੇ ਖੂਹ ਦਾ ਪੀਪਾ, ਉਹ ਆਖੇ ਮੈਂ ਝੁਕਣਾ ਹੀ ਨਹੀਂ,
ਤੇ ਫਿਰ ਖਾਲੀ ਰਵੇਗੀ, ਪਈ ਰਵੇ ਖੂਹ ਦੀ ਮਮਟੀ ਤੇ। ਜੇ ਭਰਨਾ ਹੈ ਤੇ ਫਿਰ ਨੀਵਾਂ ਹੋਣਾ ਪੈਣਾ। ਇਸ ਤਰ੍ਹਾਂ ਸਾਧ ਸੰਗ ਜੀ ਇਹ ਸੰਗਤ ਖੂਹ ਹੈ। ਸ਼ੁਭ ਗੁਣਾਂ ਨਾਲ ਜੇ ਭਰਨਾ ਹੈ ਨਾ ਮਨ ਰੂਪੀ ਟਿੰਡ ਨੂੰ, ਫਿਰ ਇਹਨੂੰ ਥੱਲੇ ਜਾਣ ਦਿਓ, ਨੀਵਾਂ ਹੋਣ ਦਿਓ। ਜਦੋਂ ਬਾਹਰ ਆਵੇਗੀ, ਸੰਗਤ ਚੋਂ ਬਾਹਰ ਨਿਕਲਾਂਗੇ ਤੇ ਗੁਣ ਹੀ ਗੁਣ ਹੋ ਨਿਵ ਕਰਕੇ ਧੂੜੀ ਬਣ ਕੇ ਸਾਰਿਆਂ ਦੀ ਜੋ ਰਹਿੰਦਾ ਹੈ। ਜਿਹਦਾ ਮਨ ਧੂੜੀ ਹੋ ਗਿਆ ਹੈ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਉਹਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਘਟ ਘਟ ਕਣ ਕਣ ਵਿੱਚ, ਜੀਵਾਂ ਜੀਵਾਂ ਵਿੱਚ ਚੀਨਾ ਜਾਣ ਲਿਆ। ਅਸੀਂ ਪਰਮੇਸ਼ਰ ਨੂੰ ਜਾਣਨੇ ਖਾਤਰ ਕਿੰਨੇ ਲੋਕ ਆਪਾਂ ਜਪ ਕਰਦੇ ਹਾਂ, ਕੋਈ ਬਾਣੀ ਪੜ੍ਹਦਾ ਹੈ, ਕੋਈ ਸਾਧ ਸੰਗਤ ਜੀ ਪੁੱਠਾ ਲਮਕਦਾ ਰੁੱਖਾਂ ਤੇ ਵੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਘਟ ਘਟ ਹੀ ਚੀਨਾ ਹਰੀ ਪਰਮੇਸ਼ਰ ਨੂੰ, ਹਰ ਹਰ ਨਾਮ, ਹਰੀ ਪਰਮੇਸ਼ਰ ਦੇ ਨਾਮ ਨੂੰ ਜਾਂ ਹਰੀ ਪਰਮੇਸ਼ਰ ਦੇ ਨਾਮ ਦੇ ਸਦਕਾ, ਹਰ ਨਾਮ ਹਰ ਤਿਨ ਘਟ ਘਟ ਚੀਨਾ ਜੇ ਅਨਵੇ ਕਰੀਏ। ਹਰੀ ਪਰਮੇਸ਼ਰ ਦੇ ਨਾਮ ਦੇ ਬਲ ਸਦਕਾ ਤਿਨ ਉਹਨਾਂ ਨੇ ਹਰੀ ਪਰਮੇਸ਼ਰ ਨੂੰ ਘਟ ਘਟ ਚੀਨਾ, ਘਾਟ ਘਾਟ ਵਿੱਚ ਹਰੇਕ ਸਰੀਰ ਵਿੱਚ ਕਣ ਕਣ ਵਿੱਚ ਜਾਣ ਲਿਆ। ਕਿੱਥੇ ਜੋਗੀ ਤਪ ਕਰਕੇ ਜਾਣਦੇ ਆ ਤੇ ਸਿੱਖ ਕਲਾ ਔਗਣ ਨਾ ਵੇਖੋ ਗੁਣ ਵੇਖੀ ਜਾਓ। ਅਬ ਹੈ ਨਾ ਪਰਮੇਸ਼ਰ ਆਪੇ ਨਿਬੜੇਗਾ। ਤੁਸੀਂ ਜੀਵ ਦੇ ਗੁਣ ਵੇਖੋ। ਔਗਣਿਆਰੇ ਵਿੱਚ ਵੀ ਕੋਈ ਇੱਕ ਅੱਧਾ ਗੁਣ ਹੁੰਦਾ ਚੰਗਾ, ਔਗਣ ਛੱਡ ਦਓ ਤੇ ਗੁਣ ਰੱਖ ਲਓ। ਹੰਸ ਬਣੋ, ਕਾਂ ਨਾ ਬਣੋ। ਤੋ ਜੇ ਆਪਦੇ ਮਨ ਤੋਂ ਬੁਰਾ ਖਿਆਲ, ਬੁਰਿਆਈ ਮਨ ਚੋਂ ਲਾਉਣੀ ਹੈ, ਛਡਾਉਣੀ ਹੈ, ਨਾਸ਼ ਕਰਨੀ ਹੈ, ਫਿਰ ਸਾਰੀ ਸ੍ਰਿਸ਼ਟੀ ਨੂੰ ਆਪਦੇ ਮਤੇਤਾ ਕਹੀਏ। ਸਭ ਨੂੰ ਇੱਕੋ ਦੁੱਖ ਸੁੱਖ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇੱਕੋ ਜਿਹਾ ਜਾਣਦਾ ਹੈ। ਨਾਨਕ ਪਾਪ ਪੁੰਨ ਨਹੀਂ ਲੇਪਾ। ਮਹਾਰਾਜ ਕਹਿੰਦੇ ਉਹਨੂੰ ਪਾਪ ਤੇ ਪੁੰਨ ਦੀ ਕੋਈ ਲੇਪ ਨਹੀਂ ਹੈ। ਪਾਪ ਪੁੰਨ ਨਹੀਂ ਪਾਉਂਦਾ ਜਿਹੜਾ ਇੱਕੋ ਦ੍ਰਿਸ਼ਟੀ ਦੇ ਨਾਲ ਕਰਦਾ ਵੀ ਇਹਨੇ ਇਉਂ ਨਹੀਂ ਕੀਤਾ, ਇਉਂ ਕਰਨਾ ਚਾਹੀਦਾ। ਦੱਦਾ ਦੋਸ ਨਾ ਦਿਓ ਕਿਸੇ ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਆਵਰ ਜਨਾ। ਆਪਦੇ ਕੀਤੇ ਹੋਏ ਕਰਮਾਂ ਦਾ ਹੀ ਆਪਾਂ ਫਲ ਭੋਗਦੇ ਹਾਂ। ਪਾਪ ਦਾ ਫਲ ਦੁੱਖ ਹੈ, ਪੁੰਨ ਦਾ ਫਲ ਖਾਲਸਾ ਜੀ ਸੁੱਖ ਹੈ। ਪਰ ਜਿਹੜੇ ਗਿਆਨਵਾਨ ਪੁਰਸ਼ ਹੈ ਉਹ ਸਮ ਦ੍ਰਿਸ਼ਟੇਤੇ ਹੁੰਦੇ ਆ, ਇੱਕੋ ਬਿਰਤੀ ਨਾਲ ਵੇਖਦੇ, ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ। ਸੁੱਖ ਤੇ ਦੁੱਖ ਨੂੰ ਇੱਕੋ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ, ਇਉਂ ਜਾਣਦੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਨਾਮ ਦੀ ਮੋਹਰ ਲਾ ਗੁਰੂ ਅਰਜਨ ਪਾਤਸ਼ਾਹ, ਗੁਰੂ ਪਾਪ ਪੁੰਨ ਨਹੀਂ ਲੇਪਾ। ਇਹੋ ਜਿਹੇ ਗੁਰਮੁਖਾਂ ਪਾਣੇ ਵਿੱਚ ਰਹਿਣ ਵਾਲੇ ਸਿੱਖਾਂ ਦੇ ਤਾਈਂ ਪਾਪ ਤੇ ਪੁੰਨ ਦੀ ਲੇਪ ਨਹੀਂ ਲੱਗਦੀ। ਪਾਪ ਪੁੰਨ ਜਿਹੜੇ ਆ ਉਹ ਪਾਉਂਦੇ ਨਹੀਂ ਹਨ। ਭਾਵ ਬਹੁਤਾ ਜੱਗ ਕਰ ਦੇਣ ਉਹਨਾਂ ਨੂੰ ਪੁੰਨ ਨਹੀਂ। ਇਹੋ ਜਿਹੀ ਅਵਸਥਾ ਵਾਲਾ ਨਾ ਪਾਪੀ 'ਚ ਹੈ ਤੇ ਨਾ ਪੁੰਨੀ ਵਿੱਚ ਹੈ। ਯੱਗ ਕਰਨ ਦਾ, ਪਿੱਠ ਵਿਖਾਉਣ ਦਾ। ਸੂਰਮੇ ਦਾ ਧਰਮ ਹੈ ਜੰਗ ਦੇ ਮੈਦਾਨ ਵਿੱਚ ਵੈਰੀ ਦੇ ਸਨਮੁਖ ਹੋ ਕਰਕੇ ਲੜੇ, ਸ਼ਹੀਦੀ ਪ੍ਰਾਪਤ ਕਰੇ ਜਾਂ ਆਪਦਾ ਹੱਕ ਲਵੇ। ਸੂਰਮੇ ਦਾ ਧਰਮ ਹੈ। ਤੇ ਸੂਰਮਾ ਜੰਗ ਦੇ ਮੈਦਾਨ ਵਿੱਚੋਂ ਜੇ ਨੱਸ ਆਵੇ, ਆਖੇ ਮੈਂ ਕਿਸੇ ਨੂੰ ਮਾਰਨਾ ਨਹੀਂ, ਉਹ ਵੱਡਾ ਪਾਪ ਹੈ। ਤੋ ਇਸ ਤਰ੍ਹਾਂ ਜਿਹੜੇ ਸੁੱਖ ਦੁੱਖ ਵਿੱਚ ਸਮ ਅਵਸਥਾ ਵਾਲੇ ਹੈ, ਉਹਨਾਂ ਪਾਪ ਪੁੰਨ ਦੀ ਲੇਪ ਤੋਂ ਸਾਧ ਸੰਗੀ ਤਾਂ ਹੁੰਦੇ ਆ। ਕੋਈ ਪਾਪ ਪੁੰਨ ਦੀ ਲੇਪ, ਲਗਾਵ, ਲੇਪਣਾ ਜਿਵੇਂ ਆ ਪੋਚਾ ਹੁੰਦਾ, ਪਾਪ ਪੁੰਨ ਪੋਚੇ ਵਾਂਗੂ ਲੱਗਦਾ ਨਹੀਂ, ਲੇਪ ਨਹੀਂ ਚੜ੍ਹਦੀ। ਪਾਪ ਪੁੰਨ ਦੀ ਕੋਈ ਲੇਪ ਨਹੀਂ ਹੈ। ਹਜ਼ਾਰਾਂ ਜੱਗ ਕਰਨ ਕੋਈ ਪੁੰਨ ਨਹੀਂ ਲੱਗਦਾ, ਕਿਉਂਕਿ ਜੀਵਨ ਮੁਕਤ ਜਿਹੜਾ ਹੁੰਦਾ ਹੈ ਉਹਨੂੰ ਨਾ ਤਾਂ ਪੁੰਨਾਂ ਦਾ ਫਲ ਮਿਲਣਾ ਹੁਣ ਨਾ ਪਾਪਾਂ ਦਾ, ਕਿਉਂਕਿ ਜੀਵਨ ਮੁਕਤ ਹੈ।
ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਜੀਵਨ ਮੁਕਤ ਗੁਰੂ ਘਰ ਦੇ ਦਰ ਘਰ ਦੇ ਬੇਅੰਤ ਗੁਰਸਿੱਖ ਬਾਬਾ ਦੀਪ ਸਿੰਘ ਸਾਹਿਬ, ਬਾਬਾ ਮਣੀ ਸਿੰਘ ਸਾਹਿਬ, ਬਾਬਾ ਤਾਰੂ ਸਿੰਘ ਸਾਹਿਬ, ਕਿੰਨੇ ਸ਼ਹੀਦ ਸਿੰਘ ਸਿੰਘਣੀਆਂ ਹੋਏ ਆ ਜਿਨ੍ਹਾਂ ਨੇ ਜੰਗ ਦੇ ਮੈਦਾਨ ਅੰਦਰ ਆਪਣੇ ਧਰਮ ਦੀ ਰਾਖੀ ਖਾਤਰ ਸ਼ਹੀਦੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੋ ਇਸ ਤਰ੍ਹਾਂ ਇਹੋ ਜਿਹੇ ਜੀਵਨ ਮੁਕਤਾਂ ਦੀ ਬਾਬਤ ਮਹਾਰਾਜ ਜੀ ਦੱਸਦੇ, ਸੁੱਖ ਦੁੱਖ ਵਿੱਚ ਸਮਬਿਰਤੀ ਰੱਖਣ ਵਾਲੇ ਆ, ਉਹ ਪਾਪ ਪੁੰਨ ਤੋਂ ਉੱਪਰ ਹੈ। ਉਹਨਾਂ ਨੂੰ ਪਾਪ ਪੁੰਨ ਦੀ ਕੋਈ, ਨਾਨਕ ਪਾਪ ਪੁੰਨ ਨਹੀਂ ਲੇਪਾ, ਪਾਪ ਪੁੰਨ ਦੀ ਕੋਈ ਲੇਪਣਾ ਨਹੀਂ ਹੈ। ਮਹਾਰਾਜ ਦੀ ਪਾਵਨ ਪਵਿੱਤਰ ਸਿੱਖਿਆ ਉਪਦੇਸ਼ ਹਿਰਦੇ ਵਿੱਚ ਵਸੇ। ਸਤਿਗੁਰੂ ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੁਖ ਦੁਖ ਜਨ ਏਕ